ਸਾਰਾ ਜਹਾਜ਼ ਸਵਾਰੀਆਂ ਨਾਲ ਭਰਿਆ ਹੋਇਆ ਸੀ ਤੇ ਸਾਰੇ ਆਪਣੀ ਮਸਤੀ ਵਿੱਚ ਬੈਠੇ ਸੀ। ਮੈਂ ਮਿਸ ਜੋਤੀ ਨੂੰ ਦੇਖਦਾ ਰਹਿੰਦਾ। ਜਦੋਂ ਦਿਲ ਕਰਦਾ ਬੈਲ ਵਜਾ ਕੇ ਉਸ ਨੂੰ ਕੋਲ ਬੁਲਾ ਲੈਂਦਾ। ਉਹ ਮੇਰੇ ਕੋਲ ਆਉਂਦੀ ਤੇ ਕਹਿੰਦੀ, ਜੀ ਸਰ ਬੋਲੋ। ਵੇਖ ਕੇ ਮੈਂ ਹੱਸ ਪੈਂਦਾ। ਉਹ ਗੁੱਸੇ ਨਾਲ ਫਿਰ ਵਾਪਸ ਚਲੀ ਜਾਂਦੀ। ਦਰਅਸਲ ਉਹਨਾਂ ਦੇ ਕੱਪੜੇ ਤੇ ਉਹਨਾਂ ਦੀ ਹਰ ਵਕਤ ਸਮਾਈਲ ਕਰਨ ਦੀ ਅਦਾ ਮੈਨੂੰ ਆਪਣੇ ਵੱਲ ਖਿੱਚ ਰਹੀ ਸੀ ਕਿ ਦੁਨੀਆ ਵਿੱਚ ਇੱਕ ਜੋਤੀ ਹੈ ਜੋ ਮੈਨੂੰ ਪਿਆਰ ਕਰ ਸਕਦੀ ਆ। ਮੈਨੂੰ ਲੱਗਿਆ ਕਿ ਦੁਨੀਆ ਦੀਆਂ ਸਾਰੀਆਂ ਖੂਬਸੂਰਤ ਕੁੜੀਆਂ ਵਿੱਚੋਂ ਇਹੀ ਆ। ਉਸ ਨੂੰ ਦੇਖਣ ਤੇ ਲੱਗਦਾ ਹੀ ਨਹੀਂ ਸੀ ਕਿ ਉਹ 25 ਸਾਲਾਂ ਦੀ ਲੱਗਦੀ ਆ। ਮੈਂ ਸਾਰੇ ਰਸਤੇ ਫਲਾਈਟ ਵਿੱਚ ਉਸ ਨੂੰ ਹੀ ਦੇਖਦਾ ਰਿਹਾ। ਜਦੋਂ ਮੇਰਾ ਟਾਈਮ ਫਲਾਈਟ ਤੋਂ ਉਤਰਨ ਦਾ ਆਇਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਹੁਣ ਮੈਂ ਜੋਤੀ ਨੂੰ ਕਦੇ ਵੀ ਨਹੀਂ ਮਿਲ ਸਕਦਾ। ਉਸ ਨੂੰ ਇੱਕ ਵਾਰ ਦੇਖ ਕੇ ਹੀ ਮੈਂ ਇਹ ਡਿਸਾਈਡ ਕਰ ਲਿਆ ਸੀ ਕਿ ਮੇਰੀ ਹਮਸਫ਼ਰ ਇਹੀ ਬਣੇਗੀ। ਖੈਰ ਮੈਂ ਹੁਣ ਕਰ ਵੀ ਕੀ ਸਕਦਾ ਸੀ। ਕਿਸ ਤੋਂ ਪਤਾ ਪੁੱਛਦਾ ਉਸਦਾ। ਨਾ ਚਾਹੁੰਦਿਆਂ ਹੋਇਆ ਵੀ ਘਰ ਵਾਪਸ ਆ ਗਿਆ। ਮੇਰੇ ਜਾਣ ਪਹਿਚਾਣ ਵਾਲੇ ਬਹੁਤ ਜ਼ਿਆਦਾ ਏਅਰਪੋਰਟ ਵਿੱਚ ਜੌਬ ਕਰਦੇ ਸੀ। ਮੈਂ ਸੋਚਿਆ ਫਲਾਈਟ ਦੀ ਸਾਰੀ ਜ਼ਿੰਮੇਵਾਰੀ ਉਸ ਕੋਲ ਸੀ। ਮੈਂ ਸੋਚਿਆ ਜਿਸ ਦਿਨ ਮੈਨੂੰ ਮਿਸ ਜੋਤੀ ਦਾ ਖਿਆਲ ਆਇਆ ਤਾਂ ਮੈਂ ਉਸ ਤੋਂ ਇਹ ਗੱਲ ਪੁੱਛ ਲਵਾਂਗਾ ਕਿ ਉਹ ਕਿੱਥੇ ਰਹਿੰਦੀ ਆ। ਮੈਨੂੰ ਘਰ ਆਏ ਨੂੰ 3 ਦਿਨ ਹੋ ਗਏ ਸੀ। ਮੈਂ ਆਪਣੀ ਬਿਜ਼ਨਸ ਵਿੱਚ ਪੂਰੀ ਤਰ੍ਹਾਂ ਉਲਝ ਗਿਆ ਸੀ, ਪਰ ਮੇਰੇ ਦਿਮਾਗ ਵਿੱਚੋਂ ਜੋਤੀ ਨਿਕਲ ਹੀ ਨਹੀਂ ਰਹੀ ਸੀ। ਮੈਂ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ। ਮੈਂ ਕਿਹਾ, ਕਿਵੇਂ ਆ, ਕੀ ਹਾਲ ਆ? ਉਹ ਮੈਨੂੰ ਕਹਿਣ ਲੱਗਿਆ, ਤੂੰ ਫੋਨ ਕਿਵੇਂ ਕੀਤਾ? ਮੈਂ ਉਸ ਨੂੰ ਕਿਹਾ ਕਿ ਮੈਂ ਪਰਸੋਂ ਇੰਡੀਆ ਤੋਂ ਲੰਡਨ ਦੀ ਫਲਾਈਟ ਵਿੱਚ ਆਇਆ ਸੀ ਤੇ ਉਸ ਵਿੱਚ ਜੋ ਏਅਰ ਹੋਸਟਸ ਸੀ, ਨੀਲੀਆਂ ਅੱਖਾਂ ਵਾਲੀ ਦਾ ਪਤਾ ਚਾਹੀਦਾ ਸੀ। ਮੈਨੂੰ ਉਸ ਦਾ ਨਾਮ ਨਹੀਂ ਪਤਾ ਸੀ। ਉਹ ਕਹਿੰਦਾ, ਅੱਛਾ ਗੱਲਬਾਤ ਕਰਨੀ ਆ? ਮੈਂ ਉਸ ਨੂੰ ਕਿਹਾ ਕਿ ਮੈਂ ਉਸ ਤਰ੍ਹਾਂ ਗੱਲ ਨਹੀਂ ਕਰਨੀ, ਮੈਂ ਉਸ ਨਾਲ ਵਿਆਹ ਕਰਵਾਉਣਾ। ਜੇ ਮੈਂ ਉਸ ਨੂੰ ਉਸ ਤਰ੍ਹਾਂ ਮਿਲਣਾ ਹੁੰਦਾ ਤਾਂ ਉਸ ਦਿਨ ਮਿਲ ਲੈਂਦਾ। ਸੁਸ਼ੀਲ ਨੇ ਮੈਨੂੰ ਗੁੱਸੇ ਨਾਲ ਕਿਹਾ, ਲੱਗਦਾ ਤੇਰਾ ਦਿਮਾਗ ਖਰਾਬ ਹੋ ਗਿਆ। ਤੈਨੂੰ ਕੁੜੀਆਂ ਦਾ ਘਾਟਾ? ਸਾਰੀ ਦੁਨੀਆ ਦੀਆਂ ਕੁੜੀਆਂ ਛੱਡ ਕੇ ਏਅਰ ਹੋਸਟਸ ਨਾਲ ਵਿਆਹ ਕਰਵਾਉਣਾ ਜੋ ਸਾਰਾ ਦਿਨ ਮਰਦਾਂ ਵਿੱਚ ਰਹਿੰਦੀਆਂ ਨੇ, ਉਹਨਾਂ ਨਾਲ ਹੱਸ-ਹੱਸ ਕੇ ਗੱਲਾਂ ਕਰਦੀਆਂ ਨੇ, ਉਹਨਾਂ ਨੂੰ ਚਾਹ ਪਾਣੀ ਪਿਆਉਂਦੀਆਂ। ਮੈਨੂੰ ਗੁੱਸਾ ਆਇਆ ਤਾਂ ਮੈਂ ਉਸ ਨੂੰ ਕਿਹਾ ਕਿ ਨਰਸਾਂ ਵੀ ਤਾਂ ਇਸ ਤਰ੍ਹਾਂ ਕਰਦੀਆਂ ਨੇ, ਉਹ ਵੀ ਤਾਂ ਸੇਵਾ ਹੀ ਕਰਦੀਆਂ ਨੇ। ਤੂੰ ਮੈਨੂੰ ਗੱਲਾਂ ਨਾ ਸੁਣਾ, ਜੇ ਪਤਾ ਦੱਸਣਾ ਤਾਂ ਦੱਸ ਦੇ। ਕਹਿਣ ਲੱਗਿਆ, ਮੈਨੂੰ ਕੀ ਲੋੜ ਆ ਤੈਨੂੰ ਸਮਝਾਉਣ ਦੀ, ਆਪੇ ਤੈਨੂੰ ਪਤਾ ਲੱਗ ਜਾਊਗਾ ਜਦੋਂ ਤੂੰ ਮਿਲੇਗਾ। ਉਹ ਕਹਿੰਦਾ, ਮੈਂ ਤਾਂ ਚਾਹੁੰਦਾ ਹੀ ਨਹੀਂ ਕਿ ਤੇਰੀ ਗੱਲ ਵਿਆਹ ਤੱਕ ਪਹੁੰਚੇ। ਖੈਰ ਵਿਆਹ ਤੱਕ ਤਾਂ ਪਹੁੰਚ ਗਈ, ਫਿਰ ਆਪੇ ਅੱਖਾਂ ਖੁੱਲ੍ਹ ਜਾਣਗੀਆਂ। ਉਹ ਕਹਿੰਦਾ, ਮੈਂ ਪਤਾ ਕਰਕੇ ਦੱਸਦਾ ਤੇ ਫੋਨ ਕੱਟ ਦਿੰਦਾ। ਅੱਧੇ ਘੰਟੇ ਬਾਅਦ ਸੁਸ਼ੀਲ ਨੇ ਮੈਨੂੰ ਫੋਨ ਕੀਤਾ। ਉਸ ਦਾ ਨਾਮ ਮਿਸ ਜੋਤੀ ਹੈ। ਉਸ ਦੀਆਂ ਅੱਖਾਂ ਨੀਲੀਆਂ ਨਹੀਂ, ਕਾਲੀਆਂ ਨੇ। ਨੀਲੀਆਂ ਅੱਖਾਂ ਦਾ ਤਾਂ ਲੈਂਸ ਚੜ੍ਹਾਇਆ ਸੀ ਉਸਨੇ ਉਸ ਦਿਨ। ਉਹ ਉੱਥੇ ਦੀ ਮਿਡਲ ਕਲਾਸ ਫੈਮਿਲੀ ਤੋਂ ਆ। ਪਿਛਲੇ ਸਾਲ ਆਪਣੀ ਜੌਬ ਸਟਾਰਟ ਕੀਤੀ। ਸਾਲ ਦੇ ਵਿੱਚ ਹੀ ਉਸਨੇ ਬਹੁਤ ਤਰੱਕੀ ਕਰ ਲਈ। ਮੈਂ ਉਸ ਨੂੰ ਕਿਹਾ, ਖੂਬਸੂਰਤ ਜਿਹੀ? ਸੁਸ਼ੀਲ ਕਹਿਣ ਲੱਗਿਆ, ਹਾਂ। ਮੈਂ ਕਿਹਾ, ਮੱਚ ਨਾ? ਉਹ ਕਹਿੰਦਾ, ਮੱਚੇਂਗਾ ਤਾਂ ਤੂੰ, ਜਦੋਂ ਤੈਨੂੰ ਵਿਆਹ ਤੋਂ ਬਾਅਦ ਸਾਰੀ ਗੱਲ ਪਤਾ ਲੱਗੇਗੀ। ਇਸ ਤਰ੍ਹਾਂ ਮੈਨੂੰ 2-3 ਗੱਲਾਂ ਹੋਰ ਸੁਣਾ ਦਿੱਤੀਆਂ। ਮੈਂ ਉਸ ਨੂੰ ਕਿਹਾ, ਛੱਡ ਪਰੇ, ਮੈਨੂੰ ਉਸ ਦਾ ਨੰਬਰ ਦੇ ਦੇ, ਮੈਂ ਉਸ ਨਾਲ ਆਪੇ ਗੱਲ ਕਰ ਲਊਂਗਾ। ਉਹ ਤਾਂ ਭੱਜ ਕੇ ਗੱਲ ਕਰੂਗੀ ਜੇ ਵਿਆਹ ਕਰਵਾਉਣਾ ਹੋਇਆ, ਜੇ ਨਾ ਵੀ ਕਰਵਾਉਣਾ ਹੋਇਆ ਤਾਂ ਵੀ ਗੱਲ ਕਰ ਹੀ ਲਵੇਗੀ। ਮੈਂ ਉਸ ਨੂੰ ਕਿਹਾ, ਜ਼ਿਆਦਾ ਭਕਾਈ ਨਾ ਕਰ ਤੇ ਮੈਨੂੰ ਨੰਬਰ ਦੇ ਦੇ। ਉਸ ਨੇ ਮੈਨੂੰ ਨੰਬਰ ਦੇ ਦਿੱਤਾ। ਮੈਂ ਆਪਣੇ ਫ਼ੋਨ ਵਿੱਚ ਸੇਵ ਕਰ ਲਿਆ। ਮੈਂ ਉਸ ਨੂੰ WhatsApp 'ਤੇ ਮੈਸੇਜ ਕੀਤਾ। ਜੋਤੀ ਨੇ ਵੀ ਉਸੇ ਟਾਈਮ ਮੇਰੇ ਮੈਸੇਜ ਦਾ ਰਿਪਲਾਈ ਕਰ ਦਿੱਤਾ। ਜਦੋਂ ਮੈਂ ਉਸ ਨੂੰ ਕਿਹਾ ਕਿ ਮੈਂ ਮਨੋਜ ਹਾਂ, ਮੈਨੂੰ ਕਹਿਣ ਲੱਗੀ, ਉਹ ਯਾਤਰੀ ਜਿਹੜੇ ਬਹਾਨੇ ਸਿਰ ਜਿਹੜਾ ਮੇਰਾ ਨੰਬਰ ਲੈ ਜਾਂਦੇ ਤੇ ਬਾਅਦ ਵਿੱਚ ਤੰਗ ਕਰਦੇ। ਦੇਖੋ ਮੈਂ ਇਹੋ ਜਿਹੀ ਕੁੜੀ ਨਹੀਂ ਹੈਗੀ। ਜਦੋਂ ਉਸਨੇ ਇਹ ਗੱਲ ਕਹੀ ਮੈਂ ਖੁਸ਼ ਹੋ ਗਿਆ ਕਿਉਂਕਿ ਉਹ ਸਹੀ ਗੱਲ ਕਰ ਰਹੀ ਸੀ। ਮੈਂ ਉਸ ਨੂੰ ਇੱਕਦਮ ਹੀ ਕਹਿ ਦਿੱਤਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ। ਉਹ ਖੁਸ਼ ਹੋ ਗਈ। ਸਾਡੇ ਨਾਲ ਤਾਂ ਹਮੇਸ਼ਾ ਲੋਕ ਦੋਸਤੀ ਹੀ ਕਰਨ ਵਾਸਤੇ ਫੋਨ ਕਰਦੇ ਆ ਤੇ ਤੁਸੀਂ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਹੋ? ਸਾਡੇ ਵਰਗਿਆਂ ਦਾ ਕੀ ਮਤਲਬ? ਮੈਂ ਉਸ ਨੂੰ ਕਿਹਾ ਤਾਂ ਉਸ ਨੇ ਗੱਲ ਨੂੰ ਇਗਨੋਰ ਕਰ ਦਿੱਤਾ। ਉਹ ਕਹਿਣ ਲੱਗੀ ਕਿ ਮੈਂ ਆਪਣੇ ਮੰਮੀ ਪਾਪਾ ਨਾਲ ਗੱਲ ਕਰਾਂਗੀ, ਫਿਰ ਤੁਹਾਡੇ ਨਾਲ ਗੱਲ ਕਰਦੇ। ਉਸ ਦਾ ਅਗਲੇ ਦਿਨ ਫੋਨ ਆਇਆ।
ਉਸ ਦੀ ਮੰਮੀ ਮੈਨੂੰ ਮਿਲਣਾ ਚਾਹੁੰਦੀ ਆ। ਦੇਖਣ ਵਿੱਚ ਇਸ ਤਰ੍ਹਾਂ ਲੱਗਦਾ ਸੀ ਕਿ ਜੋਤੀ ਵੀ ਮੇਰੇ ਫ਼ੋਨ ਦੀ ਉਡੀਕ ਵਿੱਚ ਸੀ। ਜਦੋਂ ਮੈਂ ਉਸ ਦੀ ਮੰਮੀ ਨੂੰ ਮਿਲਣ ਗਿਆ ਤਾਂ ਉਸ ਦੀ ਮੰਮੀ ਨੇ ਕਿਹਾ ਕਿ ਸਾਨੂੰ ਰਿਸ਼ਤਾ ਮਨਜ਼ੂਰ ਆ, ਪਰ ਸਾਡੀ ਇੱਕ ਸ਼ਰਤ ਆ। ਮੈਂ ਉਸ ਨੂੰ ਕਿਹਾ ਕਿ ਸ਼ਰਤ? ਉਸ ਨੇ ਕਿਹਾ ਕਿ ਸਾਡੀ ਬੇਟੀ ਵਿਆਹ ਤੋਂ ਬਾਅਦ ਵੀ ਨੌਕਰੀ ਕਰਨਾ ਚਾਹੁੰਦੀ ਆ। ਇਸ ਨੂੰ ਨੌਕਰੀ ਕਰਦੀ ਹਲੇ ਸਾਲ ਹੀ ਹੋਇਆ। ਮੈਂ ਨਹੀਂ ਚਾਹੁੰਦੀ ਕਿ ਮੇਰੀ ਬੇਟੀ ਕਿਸੇ ਦੇ ਅੱਗੇ ਹੱਥ ਅੱਡੇ। ਹਾਂ, ਬਾਅਦ ਵਿੱਚ ਜੇ ਤੁਹਾਡਾ ਆਪਸ ਵਿੱਚ ਸਹਿਮਤੀ ਹੋ ਗਈ ਤਾਂ ਨੌਕਰੀ ਛੱਡ ਦੇਵੇ, ਸਾਨੂੰ ਕੋਈ ਦੁੱਖ ਨਹੀਂ। ਮੈਂ ਵੀ ਫਿਲਮੀ ਸਟਾਈਲ ਵਿੱਚ ਛੇਤੀ ਹਾਂ ਕਰ ਦਿੱਤੀ। ਘਰ ਆ ਕੇ ਮਾਂ-ਪਿਓ ਨਾਲ ਗੱਲ ਕੀਤੀ। ਮੇਰੇ ਮਾਂ-ਪਿਓ ਨੂੰ ਕੋਈ ਜ਼ਿਆਦਾ ਇਤਰਾਜ਼ ਨਹੀਂ ਸੀ। ਉਹ ਤਾਂ ਪਹਿਲਾਂ ਤੋਂ ਹੀ ਮੇਰਾ ਘਰ ਵਸਾਉਣਾ ਚਾਹੁੰਦੇ ਸੀ, ਪਰ ਮੈਂ ਬਿਜ਼ਨਸ ਦੇ ਵਿੱਚ ਜ਼ਿਆਦਾ ਉਲਝਿਆ ਹੋਇਆ ਸੀ। ਜਦੋਂ ਮੈਂ ਦੱਸਿਆ ਕਿ ਕੁੜੀ ਏਅਰ ਹੋਸਟਸ ਆ ਤਾਂ ਉਹਨਾਂ ਨੇ ਕਿਹਾ ਇਹੋ ਜਿਹੀ ਕੁੜੀ ਨੇ ਘਰ ਦੀ ਜ਼ਿੰਮੇਵਾਰੀ ਨਹੀਂ ਚੱਕਣੀ। ਤਾਂ ਮੈਂ ਮਾਣ ਨਾਲ ਕਿਹਾ ਮੈਨੂੰ ਇਹੋ ਜਿਹੀ ਕੁੜੀ ਚਾਹੀਦੀ ਹੀ ਨਹੀਂ ਜੋ ਘਰ ਵਿੱਚ ਬੈਠੀ ਰਹੇ। ਮੈਨੂੰ ਅੱਜ ਕੱਲ੍ਹ ਦੇ ਮਾਡਰਨ ਜ਼ਮਾਨੇ ਵਾਲੀ ਚਾਹੀਦੀ ਆ। ਫਿਰ ਉਹ ਮੇਰੇ ਵਿਆਹ ਲਈ ਮੰਨ ਗਏ। ਸਾਡੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਦਿਲ ਵਿੱਚ ਮੈਨੂੰ ਇਸ ਤਰ੍ਹਾਂ ਸੀ ਕਿ ਮੈਂ ਪਹਿਲਾਂ ਜੋਤੀ ਨੂੰ ਨੌਕਰੀ ਕਰਨ ਤੋਂ ਨਹੀਂ ਰੋਕਾਂਗਾ, ਪਰ ਮੈਂ ਬਾਅਦ ਵਿੱਚ ਉਸ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਪਾ ਲਵਾਂਗਾ। ਨੌਕਰੀ ਕਰਨ ਦੀ ਲੋੜ ਨਹੀਂ ਪਵੇਗੀ। ਮੈਂ ਨਹੀਂ ਚਾਹੁੰਦਾ ਸੀ ਕਿ ਮੇਰੀ ਪਤਨੀ ਇੰਨੇ ਅਮੀਰ ਘਰ ਦੀ ਹੋ ਕੇ ਕਿਸੇ ਨੂੰ ਰੋਟੀ ਫੜਾਉਂਦੀ ਰਹੇ। ਵਿਆਹ ਦੀ ਤਾਰੀਖ 1 ਮਹੀਨੇ ਬਾਅਦ ਹੀ ਫਿਕਸ ਹੋ ਗਈ। ਮੈਂ ਸੁਸ਼ੀਲ ਨੂੰ ਫ਼ੋਨ ਕਰਕੇ ਦੱਸਿਆ ਤਾਂ ਉਹ ਮੇਰੇ ਨਾਲ ਗੁੱਸੇ ਹੋਇਆ। ਤੂੰ 1 ਸਾਲ ਦਾ ਇੰਤਜ਼ਾਰ ਤਾਂ ਕਰ ਲੈਂਦਾ। ਉਹ ਤਾਂ ਹਾਲੇ ਨਵੇਂ ਗੁੱਲ ਖਿਲਾਰ ਰਹੀ ਆ, ਤੂੰ ਹੁਣੇ ਹੀ ਵਿਆਹ ਕਰਵਾਉਣ ਲਈ ਮੰਨ ਗਿਆ। ਮੈਂ ਗੁੱਸੇ ਵਿੱਚ ਸੁਸ਼ੀਲ ਨੂੰ ਕਿਹਾ ਜੇ ਅੱਜ ਤੋਂ ਬਾਅਦ ਮੇਰੀ ਪਤਨੀ ਬਾਰੇ ਇਸ ਤਰ੍ਹਾਂ ਬੋਲਿਆ ਤਾਂ ਆਪਣੀ ਦੋਸਤੀ ਖਤਮ ਕਰ ਦੇਵੇਗਾ। ਉਹ ਨਾ ਚਾਹੁੰਦੇ ਹੋਇਆਂ ਵੀ ਮੇਰੇ ਵਿਆਹ ਵਿੱਚ ਸ਼ਾਮਿਲ ਹੋ ਗਿਆ, ਪਰ ਸਭ ਤੋਂ ਵੱਧ ਅੜਿੱਕਾ ਮੇਰੇ ਵਿਆਹ ਵਿੱਚ ਉਸ ਦਾ ਹੀ ਸੀ। ਜੋਤੀ ਵੱਲੋਂ ਬਹੁਤ ਲੋਕ ਸ਼ਾਮਿਲ ਹੋਏ। ਉਸ ਵਿੱਚ ਕਈ ਅਮੀਰ ਬਿਜ਼ਨਸਮੈਨ ਸੀ ਜੋ ਛੇਤੀ ਮਿਲਦੇ ਨਹੀਂ। ਮੇਰੇ ਨਾਲ ਕਾਰੋਬਾਰੀ ਸਿਲਸਿਲਾ ਹੋਣ ਕਾਰਨ ਮੈਨੂੰ ਵੀ ਇੰਤਜ਼ਾਰ ਕਰਨਾ ਪੈਂਦਾ ਸੀ। ਤੇ ਜੋਤੀ ਦੇ ਵਿਆਹ ਵਿੱਚ ਕਿਵੇਂ ਸ਼ਾਮਿਲ ਹੋ ਗਏ? ਜੋਤੀ ਨੂੰ ਤਾਂ ਹਲੇ ਇਸ ਨੌਕਰੀ ਵਿੱਚ ਆਇਆ 1 ਸਾਲ ਹੋਇਆ ਸੀ ਤੇ ਇੰਨੇ ਵੱਡਿਆਂ ਨਾਲ ਰੁਤਬੇ ਕਾਇਮ ਹੋ ਗਏ। ਕੁਝ ਗੱਲਾਂ ਅਜੀਬ ਲੱਗੀਆਂ। ਮੇਰੇ ਦਿਲ ਦਿਮਾਗ 'ਤੇ ਛਾਈਆਂ ਹੋਈਆਂ ਸੀ। ਇਹਨਾਂ ਵਿੱਚੋਂ ਕਈ ਕਾਰੋਬਾਰੀ 60 ਸਾਲ ਦੇ ਸੀ। ਮੈਂ ਸੋਚਿਆ ਜੇ ਕਿਸੇ ਨਾਲ ਜੋਤੀ ਦਾ ਸੰਬੰਧ ਹੋਵੇ ਤਾਂ ਇੱਕ ਅੱਧੇ ਨਾਲ ਹੋਵੇਗਾ, ਇਸ ਨਾਲ ਸਾਰਿਆਂ ਨਾਲ ਤਾਂ ਨਹੀਂ। ਇਸ ਗੱਲ ਨੂੰ ਮੈਂ ਇਗਨੋਰ ਕਰ ਦਿੱਤਾ ਕਿਉਂਕਿ ਜੋਤੀ ਦੀ ਖੂਬਸੂਰਤੀ ਮੇਰੇ ਸਿਰ ਚੜ੍ਹ ਕੇ ਬੋਲ ਰਹੀ ਸੀ। ਜੋਤੀ ਨਾਲ ਵਿਆਹ ਹੋਣ ਤੋਂ ਬਾਅਦ ਮੇਰੀ ਜ਼ਿੰਦਗੀ ਬਹੁਤ ਇੱਕ ਸੁਪਨੇ ਵਾਂਗ ਹੋ ਗਈ ਸੀ। ਮੈਂ ਬਹੁਤ ਖੁਸ਼ ਸੀ, ਪਰ ਜੋਤੀ ਦੇ ਹਫ਼ਤੇ ਬਾਅਦ ਹੀ ਤੇਵਰ ਬਦਲ ਗਏ ਸੀ। ਮੈਂ ਜਦੋਂ ਵੀ ਉਸ ਤੋਂ ਫ਼ੋਨ ਮੰਗਦਾ ਉਹ ਮੈਨੂੰ ਫ਼ੋਨ ਹੱਥ ਵਿੱਚ ਨਾ ਫੜਾਉਂਦੀ। ਉਹ ਮੈਨੂੰ ਕਹਿ ਦਿੰਦੀ ਮੈਂ ਠਹਿਰ ਕੇ ਫੜਾਵਾਂਗੀ। ਇਹ ਮੈਨੂੰ ਆਪਣਾ ਫ਼ੋਨ ਕਿਉਂ ਨਹੀਂ ਦਿੰਦੀ? ਸਾਡਾ ਵਿਆਹ ਮਹੀਨੇ ਦੇ ਵਿਚਲੀਆਂ ਤਰੀਕਾਂ ਦਾ ਸੀ। ਉਸ ਤੋਂ ਬਾਅਦ ਮੈਨੂੰ ਜੋਤੀ ਨੇ ਦੱਸਿਆ ਉਸ ਨੂੰ ਸੈਲਰੀ ਮਿਲ ਗਈ ਆ, ਪਰ ਉਹ ਤਾਂ ਘਰ ਸੀ। ਏਅਰ ਹੋਸਟੈਸ ਨੂੰ ਵੀ ਜੇ ਮੈਰਿਜ ਹੋਵੇ ਤਾਂ 15 ਦਿਨ ਦੀ ਛੁੱਟੀ ਮਿਲਦੀ ਆ, ਪਰ ਇਹ ਤਾਂ 1 ਮਹੀਨੇ 15 ਦਿਨ ਘਰ ਬੈਠੀ ਸੀ। ਇਸ ਨੂੰ ਫਿਕਰ ਨਹੀਂ ਸੀ ਕੋਈ ਵੀ। ਮੈਨੂੰ ਕੁਝ ਅਜੀਬ ਲੱਗਿਆ ਕਿਉਂਕਿ ਮੇਰਾ ਆਉਣ ਜਾਣ ਤਾਂ ਫਲਾਈਟਸ ਵਿੱਚ ਹੀ ਰਹਿੰਦਾ ਸੀ। ਮੈਂ ਜੋਤੀ ਨੂੰ ਕਿਹਾ ਤੂੰ ਕਿਸ ਦਿਨ ਜਾਣਾ? ਤਾਂ ਉਸਨੇ ਕਿਹਾ ਕਿ ਮੈਂ ਐਤਵਾਰ ਨੂੰ ਜਾਣਾ। ਮੈਂ ਕਿਹਾ ਐਤਵਾਰ ਨੂੰ ਤਾਂ ਕੋਈ ਫਲਾਈਟ ਨਹੀਂ ਜਾਂਦੀ। ਤਾਂ ਉਹ ਕਹਿਣ ਲੱਗੀ ਐਤਵਾਰ ਨੂੰ ਇੱਕ ਖਾਸ ਫਲਾਈਟ ਜਾਂਦੀ ਹੈ ਤੇ ਮੈਨੂੰ ਖਾਸ ਫਲਾਈਟ ਲਈ ਸੱਦਿਆ। ਉਹ ਅਕਸਰ ਬਾਥਰੂਮ ਵਿੱਚ ਹੌਲੀ ਗੱਲਾਂ ਕਰਨ ਲੱਗ ਪਈ। ਜੇ ਮੈਂ ਦਰਵਾਜ਼ਾ ਖੜਕਾਇਆ ਤਾਂ ਖਾਮੋਸ਼ ਹੋ ਗਈ। ਮੈਨੂੰ ਕੁਝ ਅਜੀਬ ਜਿਹਾ ਲੱਗਿਆ। ਜਿਵੇਂ ਜੋਤੀ ਦੇ ਫਲਾਈਟ ਦੇ ਦਿਨ ਨੇੜੇ ਆ ਰਹੇ ਸੀ, ਜੋਤੀ ਦਾ ਰੰਗ ਪੀਲਾ ਪੈ ਰਿਹਾ ਸੀ। ਹਰ ਵਕਤ ਪਰੇਸ਼ਾਨ ਰਹਿੰਦੀ ਸੀ। ਬਾਥਰੂਮ ਦੇ ਵਿੱਚ ਜਾ ਕੇ ਕਿਸੇ ਨਾਲ ਗੱਲਾਂ ਕਰਦੀ ਰਹਿੰਦੀ। ਮੈਂ ਵੀ ਚੋਰੀ ਛਿਪੇ ਦਿੱਲੀ ਤੋਂ ਲੰਦਨ ਜਾਣ ਵਾਲੀ ਐਤਵਾਰ ਵਾਲੀ ਫਲਾਈਟ ਵੀ ਬੁੱਕ ਕਰ ਲਈ। ਜੋਤੀ ਹੁਣ ਕੁਝ ਪਰੇਸ਼ਾਨ ਸੀ। ਜੇ ਮੈਂ ਉਸ ਨੂੰ ਪਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਕਹਿੰਦੀ ਵੈਸੇ ਹੀ ਤੁਹਾਨੂੰ ਲੱਗ ਰਿਹਾ। ਉਸ ਦਿਨ ਉਸ ਨੇ ਰੋਟੀ ਵੀ ਨਾ ਖਾਧੀ। ਤਾਂ ਮੈਂ ਉਸ ਨੂੰ ਕਿਹਾ ਮੇਰੀ ਫਲਾਈਟ ਵੀ ਹੈ। ਉਸ ਨੂੰ ਕਿਹਾ ਕਿ ਮੈਂ ਵੀ ਜਾਣਾ। ਕਿ ਮੈਂ ਆਪਣੀ ਪਤਨੀ ਨਾਲ ਫਲਾਈਟ ਵਿੱਚ ਜਾਵਾਂ? ਤੁਸੀਂ ਮੈਨੂੰ ਇਸ ਬਾਰੇ ਪਹਿਲਾਂ ਕਿਉਂ ਨਹੀਂ ਦੱਸਿਆ? ਤਾਂ ਮੈਂ ਸੋਚਿਆ ਤੈਨੂੰ ਸਰਪ੍ਰਾਈਜ਼ ਦੇ ਦੇਵਾਂਗਾ, ਤੂੰ ਖੁਸ਼ ਹੋ ਜਾਵੇਂਗੀ। ਫਿਰ ਉਹ ਜਲਦੀ ਬਾਥਰੂਮ ਵਿੱਚ ਚਲੀ ਗਈ। ਆ ਕੇ ਮੈਨੂੰ ਕਹਿਣ ਲੱਗੀ ਮੈਂ ਇਸ ਫਲਾਈਟ 'ਤੇ ਨਹੀਂ ਜਾ ਰਹੀ।
ਮੇਰੀ ਫਲਾਈਟ ਕੈਂਸਲ ਹੋ ਗਈ ਆ ਤਾਂ ਮੈਂ ਵੀ ਆਪਣੀ ਫਲਾਈਟ ਕੈਂਸਲ ਕਰਵਾ ਦਿੱਤੀ। ਮੈਂ ਵੀ ਕਿਹਾ ਜਿੰਨਾ ਟਾਈਮ ਮੇਰੀ ਪਤਨੀ ਨਹੀਂ ਜਾਵੇਗੀ ਓਨਾ ਟਾਈਮ ਮੈਂ ਵੀ ਕਿਸੇ ਫਲਾਈਟ 'ਤੇ ਨਹੀਂ ਜਾਵਾਂਗਾ, ਪਰ ਉਹ ਮੇਰੇ ਨਾਲ ਕਿਤੇ ਵੀ ਜਾਣ ਨੂੰ ਤਿਆਰ ਨਹੀਂ ਸੀ। ਫਿਰ ਉਸਨੇ ਮੈਨੂੰ ਕਿਹਾ ਕਿ ਜੋ ਫਲਾਈਟ ਮੈਂ ਜਾਣਾ ਉਸ ਦੇ ਵਿੱਚ ਮੇਰੀ ਤਬੀਅਤ ਖਰਾਬ ਹੋ ਜਾਂਦੀ ਹੈ, ਇਸੇ ਲਈ ਤਾਂ ਮੈਂ 2 ਦਿਨ ਤੋਂ ਖਾਣਾ ਨਹੀਂ ਖਾ ਰਹੀ। ਮੈਂ ਉਸ ਨੂੰ ਕਿਹਾ ਕਿਵੇਂ ਮਰਜ਼ੀ ਕਰ, ਪਰ ਆਪਣਾ ਧਿਆਨ ਰੱਖ। ਜੇ ਤੈਨੂੰ ਇਹ ਨੌਕਰੀ ਔਖੀ ਲੱਗਦੀ ਆ ਤੂੰ ਮੇਰੇ ਆਫਿਸ ਵਿੱਚ ਹੀ ਨੌਕਰੀ ਤੇ ਲੱਗ ਜਾ, ਤੈਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ। ਮੈਨੂੰ ਕਹਿਣ ਲੱਗੀ ਜੇ ਤੁਸੀਂ ਬਾਹਰ ਜਾ ਰਹੇ ਹੋ ਤਾਂ ਮੇਰੇ ਲਈ ਜੈਤੂਨ ਦੇ ਤੇਲ ਦੀਆਂ 2 ਸ਼ੀਸ਼ੀਆਂ ਲੈ ਆਉਣਾ। ਮੈਂ ਕਿਹਾ ਕਿ ਤੂੰ ਜੈਤੂਨ ਦਾ ਤੇਲ ਕਦੋਂ ਤੋਂ ਪੀਣ ਲੱਗ ਪਈ? ਉਹ ਹੱਸ ਕੇ ਕਹਿਣ ਲੱਗੀ ਮੈਂ ਤੇਲ ਪੀਣਾ ਨਹੀਂ, ਪੇਟ ਦੀ ਮਾਲਿਸ਼ ਕਰਨੀ ਆ। ਮੈਂ ਕਿਹਾ ਕੀ ਲੋੜ ਆ? ਉਹ ਕਹਿਣ ਲੱਗੀ ਕਿ ਜਦੋਂ ਲੰਮੀ ਫਲਾਈਟ ਹੋਵੇ ਤਾਂ ਭੁੱਖ ਘੱਟ ਲੱਗਦੀ ਆ। ਮੈਂ ਬਾਜ਼ਾਰ ਜਾ ਕੇ ਉਸ ਲਈ ਜੈਤੂਨ ਦੇ ਤੇਲ ਦੀਆਂ 2 ਸ਼ੀਸ਼ੀਆਂ ਲੈ ਆਇਆ। ਉਹ ਸ਼ੀਸ਼ੀਆਂ ਦੇਖ ਕੇ ਬਹੁਤ ਖੁਸ਼ ਹੋ ਗਈ। ਉਹ ਸ਼ੀਸ਼ੀਆਂ ਲੈ ਕੇ ਬਾਥਰੂਮ ਵਿੱਚ ਚਲੀ ਗਈ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੇਰੀ ਪਤਨੀ ਉਲਟੀਆਂ ਕਰ ਰਹੀ ਹੋਵੇ। ਉਸ ਦੇ ਹੱਥ ਵਿੱਚ ਗਰਮ ਪਾਣੀ ਦੀ ਬੋਤਲ ਸੀ, ਪਰ ਮੈਨੂੰ ਸਮਝ ਕੁਝ ਨਹੀਂ ਆ ਰਿਹਾ ਸੀ। ਫਿਰ ਉਹ ਅੱਧੇ ਘੰਟੇ ਬਾਅਦ ਵਾਪਸ ਆਈ ਤਾਂ ਉਹਦਾ ਚਿਹਰਾ ਪੂਰੀ ਤਰ੍ਹਾਂ ਚਮਕਿਆ ਹੋਇਆ ਸੀ। ਉਹ ਬਾਹਰ ਆ ਕੇ ਕਹਿੰਦੀ ਮੈਂ ਤਾਂ ਐਵੇਂ ਡਰ ਰਹੀ ਸੀ। ਮੈਂ ਕਿਹਾ ਕਿਸ ਗੱਲ ਤੋਂ? ਕਹਿੰਦੀ ਐਸੇ ਫਲਾਈਟ ਤੇ ਜਾਣ ਦਾ। ਮੈਂ ਚੁੱਪ ਕਰ ਗਿਆ। ਦੂਸਰੇ ਦਿਨ ਸਾਡੀ ਦੋਵਾਂ ਦੀ ਫਲਾਈਟ ਸੀ। ਮੈਂ ਆਪਣੀ ਪਤਨੀ ਨੂੰ ਯੂਨੀਫਾਰਮ ਦੇ ਵਿੱਚ ਦੇਖਣਾ ਚਾਹੁੰਦਾ ਸੀ, ਪਰ ਮੈਨੂੰ ਉੱਥੇ ਜੋਤੀ ਨਜ਼ਰ ਨਹੀਂ ਸੀ ਆਈ। ਜਦੋਂ ਮੈਂ ਉਸ ਨੂੰ ਫੋਨ ਕੀਤਾ ਤਾਂ ਉਹ ਕਹਿਣ ਲੱਗੀ ਕਿ ਮੈਂ ਕੈਬਿਨ ਵਿੱਚ ਹਾਂ, ਮੈਂ ਇਕੱਲੀ ਤੁਹਾਡੀ ਪਤਨੀ ਨਹੀਂ, ਸਾਰਿਆਂ ਦੀ 에ਅਰ ਹੋਸਟਸ ਹਾਂ। ਮੈਂ ਚੁੱਪ ਕਰ ਗਿਆ। ਉਹ ਮੇਰੇ ਕੋਲ ਆਈ ਤਾਂ ਉਸ ਦੇ ਅਜੀਬ ਹੀ ਕੱਪੜੇ ਪਾਏ ਹੋਏ ਸੀ। ਮੈਂ ਉਸ ਨੂੰ ਕਿਹਾ ਜੋਤੀ ਤੂੰ ਡਰੈਸ ਕਿਉਂ ਨਹੀਂ ਪਾਈ? ਮੈਨੂੰ ਕਹਿਣ ਲੱਗੀ ਮੈਂ ਪਾ ਲਵਾਂਗੀ ਤੇ ਹੁਣ ਵਾਰੀ-ਵਾਰੀ ਮੈਨੂੰ ਫੋਨ ਨਾ ਕਰਨਾ। ਫਿਰ ਸਾਰੀ ਫਲਾਈਟ ਵਿੱਚ ਉਹ ਮੈਨੂੰ ਨਹੀਂ ਦਿਸੀ। ਜਦੋਂ ਫਲਾਈਟ ਲੰਡਨ ਪਹੁੰਚ ਗਈ ਤਾਂ ਮੈਂ ਆਪਣੀ ਪਤਨੀ ਨੂੰ ਮਿਲਿਆ। ਉਸ ਟਾਈਮ ਲੰਡਨ ਦੀ ਪੁਲਿਸ ਪਹੁੰਚ ਗਈ। ਜੋਤੀ ਕੋਲੋਂ ਆ ਕੇ ਪੁੱਛਣ ਲੱਗੀ ਤੁਸੀਂ ਜੋਤੀ ਹੋ? ਅਸੀਂ ਪੁੱਛ ਪੜਤਾਲ ਕਰਨੀ ਆ, ਸਾਡੇ ਨਾਲ ਕੈਬਿਨ ਵਿੱਚ ਚੱਲੋ। ਮੈਂ ਕਿਹਾ ਮੇਰੀ ਪਤਨੀ ਆ, ਮੈਂ ਵੀ ਨਾਲ ਜਾਣਾ। ਉਹ ਮੈਨੂੰ ਕਹਿਣ ਲੱਗੇ ਕਿ ਅਸੀਂ ਇਸ ਨੂੰ ਕੁਝ ਨਹੀਂ ਕਹਾਂਗੇ, ਇਹ ਲੰਡਨ ਦੇ ਰੂਲ ਆ, ਤੁਸੀਂ ਬਾਹਰ ਖੜ ਕੇ ਆਪਣੀ ਪਤਨੀ ਦਾ ਇੰਤਜ਼ਾਰ ਕਰੋ। ਮੈਨੂੰ ਪਤਾ ਸੀ ਕਿ ਲੰਡਨ ਦੀ ਪੁਲਿਸ ਇਸ ਤਰ੍ਹਾਂ ਕੋਈ ਵੀ ਘਟੀਆ ਕੰਮ ਨਹੀਂ ਕਰਦੀ। 3 ਘੰਟਿਆਂ ਬਾਅਦ ਜੋਤੀ ਨੂੰ ਹਸਪਤਾਲ ਲਿਜਾਇਆ ਗਿਆ। ਮੈਂ ਹੈਰਾਨ ਸੀ ਤੇ ਪਰੇਸ਼ਾਨ ਖੜਾ ਸੀ। ਉਸ ਟਾਈਮ ਮੇਰੇ ਦੋਸਤ ਸੁਸ਼ੀਲ ਦਾ ਫੋਨ ਆਇਆ ਤੇ ਕਹਿਣ ਲੱਗਿਆ ਮੁਬਾਰਕਾਂ, ਤੇਰੀ ਪਤਨੀ ਲੰਡਨ ਵਿੱਚ 2 ਕਰੋੜ ਦਾ ਨਸ਼ਾ ਆਪਣੇ ਸਰੀਰ ਵਿੱਚ ਪਾ ਕੇ ਸਮਗਲਿੰਗ ਕਰ ਰਹੀ ਸੀ। ਮੈਂ ਉਸ ਨੂੰ ਕਿਹਾ ਕਿ ਮੂੰਹ ਸੰਭਾਲ ਕੇ ਗੱਲ ਕਰ, ਮੇਰੀ ਪਤਨੀ ਆ। ਉਹ ਕਹਿਣ ਲੱਗਿਆ ਮੈਂ ਤੇਰੀ ਪਤਨੀ ਕਰਕੇ ਹੀ ਰਿਸਪੈਕਟ ਨਾਲ ਬੋਲ ਰਿਹਾ, ਹਾਲੇ ਅੱਖਾਂ ਖੋਲ੍ਹ ਲੈ। ਇਸ ਤਰ੍ਹਾਂ ਕਹਿ ਕੇ ਉਸਨੇ ਫੋਨ ਕੱਟ ਦਿੱਤਾ। ਫਿਰ ਮੈਨੂੰ 2-3 ਆਦਮੀਆਂ ਨੇ ਉਸ ਦੀ ਸੱਚਾਈ ਦੱਸੀ ਕਿ ਉਹ ਆਪਣੇ ਸਰੀਰ ਵਿੱਚ ਨਸ਼ੇ ਦੇ ਕੈਪਸੂਲ ਪਾ ਕੇ ਇਸ ਤਰ੍ਹਾਂ ਸਮਗਲਿੰਗ ਕਰਦੀ ਸੀ। ਮੈਂ ਇੰਡੀਆ ਵਾਪਸ ਆ ਗਿਆ। ਆਪਣੇ ਪੈਸੇ ਦੀ ਤਾਕਤ ਨਾਲ ਜੋਤੀ ਨੂੰ ਵਾਪਸ ਲੈ ਆਉਂਦਾ। ਉਹ ਹੁਣ ਆਪਣੀ ਸਜ਼ਾ ਕੱਟ ਕੇ ਵਾਪਸ ਆ ਚੁੱਕੀ ਸੀ, ਪਰ ਮੇਰਾ ਮਨ ਉਸ ਤੋਂ ਪੂਰੀ ਤਰ੍ਹਾਂ ਅੱਕਿਆ ਹੋਇਆ ਸੀ। ਜੋ ਵੀ ਔਰਤ ਇਹ ਧੰਦਾ ਕਰਦੀ ਆ ਉਹ ਇਕੱਲਾ ਇਹ ਕੰਮ ਨਹੀਂ ਕਰਦੀ, ਆਪਣੇ ਜਿਸਮ ਦਾ ਵਪਾਰ ਵੀ ਕਰਦੀ ਹੈ। ਇਹ ਦੁਨੀਆ ਦੀ ਸਮਝ ਸੀ। ਮੈਨੂੰ ਸੀ ਕਿ ਕੋਈ ਵੀ ਕਾਰੋਬਾਰ ਵਪਾਰੀ ਇੱਥੋਂ ਤੱਕ ਸੀਮਤ ਨਹੀਂ ਹੁੰਦਾ। ਮੈਂ ਜੋਤੀ ਤੋਂ ਨਫ਼ਰਤ ਕਰਨ ਲੱਗ ਗਿਆ ਸੀ। ਉਹ ਮੈਨੂੰ ਹੁਣ ਪਿਆਰ ਨਾਲ ਬੋਲਦੀ ਸੀ ਤਾਂ ਮੈਨੂੰ ਉਹ ਜ਼ਹਿਰ ਵਰਗੀ ਲੱਗਦੀ ਸੀ, ਜਿਸ ਨੇ ਚੰਦ ਰੁਪਇਆਂ ਦੀ ਖਾਤਰ ਆਪਣਾ ਜਿਸਮ ਵੇਚ ਦਿੱਤਾ ਸੀ। ਜਿਸ ਨੂੰ ਬੇਈਮਾਨੀ ਦੀ ਆਦਤ ਪੈ ਜਾਵੇ ਉਹ ਕਦੇ ਵੀ ਛੁੱਟ ਨਹੀਂ ਸਕਦੀ, ਭਾਵੇਂ ਕਿੰਨਾ ਹੀ ਪੈਸਾ ਕੋਲ ਆ ਜਾਵੇ। ਇਹ ਜੋਤੀ ਦਾ ਹਾਲ ਸੀ, ਜਿਸ ਨੇ ਸਮਗਲਿੰਗ ਕਰਨਾ ਠੀਕ ਸਮਝਿਆ। ਮੇਰੇ ਪੈਸੇ ਤੇ ਖੁਸ਼ ਨਹੀਂ ਹੋ ਸਕੀ। ਸਹੀ ਗੱਲ ਹੈ ਦੋਸਤੋ, ਕਿਸੇ ਦੀ ਸੂਰਤ ਤੇ ਡੁੱਲ ਜਾਣ ਤੋਂ ਪਹਿਲਾਂ ਉਸ ਬਾਰੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨੀ ਬਹੁਤ ਜ਼ਰੂਰੀ ਆ। ਜੇ ਪੰਜਾਬੀ ਆਵਾਜ਼ ਕਹਾਣੀਆਂ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ। ਧੰਨਵਾਦ।